आम आदमी पार्टी की लीडरशिप का एक कहाना सीगा कि असीं पंजाब दे विच कितों भी हार सकते हैं, संगरूर तो नहीं हार सकते, संगरूर साडी राजधानी है। ਜਦੋਂ ਰਿਮੋਟ ਕੰਟਰੋਲ ਸਰਕਾਰ ਹੋਵੇ ਜਿਹੜੀ ਦਿੱਲੀ ਤੋਂ ਆਪਰੇਟ ਹੋ ਰਹੀ ਆ, ਫਿਰ ਉਹਨਾਂ ਨੂੰ ਆਪਣੀ ਰਾਜਧਾਨੀ ਪਹਿਲਾਂ ਹੀ ਬਦਲ ਲੈਣੀ ਚਾਹੀਦੀ ਸੀ, ਦਿੱਲੀ ਕਰ ਲੈਣੀ ਚਾਹੀਦੀ ਸੀ। ਪੰਜਾਬ ਦਾ ਸੀਐਮ ਟਾਕੀ 'ਚ ਬੈਠੂਗਾ ਤੇ ਦਿੱਲੀ ਦਾ ਸੀਐਮ ਸਨਰੂਫ ਤੇ ਬੈਠੂਗਾ, ਤੇ ਫਿਰ ਪੰਜਾਬ ਦੇ ਲੋਕ ਵੀ ਸਮਝ ਗਿਆ ਕਿ ਭਾਈ ਰਾਜਧਾਨੀ ਚੇਂਜ ਕਰਨ ਦਾ ਟਾਈਮ ਆ ਗਿਆ। ਕਿ ਮਲੇਰਕੋਟਲੇ ਦਾ ਐਮਐਲਏ ਜੋ ਉਹਦਾ ਆਪਣਾ ਬੂਥ ਹੈ, ਆਪਣੇ ਬੂਥ ਦੇ ਵਿੱਚੋਂ ਵੀ ਹਾਰ ਗਿਆ। ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਈਆਂ, ਉੱਥੋਂ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੱਧ ਵੋਟਾਂ ਨਿਕਲੀਆਂ। ਪਰ ਬਾਬੇ ਦੀ ਮਿਹਰ ਸਦਕਾ ਹੌਸਲਾ ਨਹੀਂ ਹਾਰਿਆ। ਜੇ ਐਮਐਲਏ ਨਹੀਂ ਬਣਾ ਸਕੇ ਤਾਂ ਅੱਜ ਐਮਪੀ ਬਣਾਤਾ। ਕਿਹਾ ਕਿ 5 ਮਿੰਟ ਤੋਂ ਸਾਨੂੰ 5 ਮਿੰਟਾਂ 'ਚ 23 ਫਸਲਾਂ ਦੇ ਉੱਤੇ ਅਸੀਂ ਦੇ ਦਾਂਗੇ ਐਮਐਸਪੀ, ਇੱਦਾਂ ਕਰ ਦਾਂਗੇ, ਉਹ ਕਰ ਦਾਂਗੇ, ਬਾਹ ਕਰ ਦਾਂਗੇ। ਉਹ ਹੋਇਆ ਕੱਖ। ਅਕਾਲੀ ਦਲ ਦੀਆਂ ਸਟੇਜਾਂ 'ਤੇ ਸਿਰਫ ਢਾਡੀ ਵਾਰਾਂ ਚੱਲਦੀਆਂ ਹੁੰਦੀਆਂ ਸੀ ਜਾਂ ਧਾਰਮਿਕ ਪ੍ਰੋਗਰਾਮ ਹੀ ਹੁੰਦੇ ਸੀ, ਤੇ ਇਹਨਾਂ ਨੇ ਡੀਜੇ ਲਾ ਕੇ ਉੱਤੇ ਤੁਹਾਨੂੰ ਪਤਾ ਹੀ ਆ ਕੀ ਕੁਛ ਕਰਾਇਆ, ਨਾਚ ਕਰਾਏ ਨੇ। ਜੋ ਮੁਸਲਮਾਨਾਂ ਦੀ ਵੋਟ ਜੋ ਮੇਰੇ ਮਤਲਬ ਨੌਲੇਜ ਦੇ ਵਿੱਚ ਆਈ ਹੈ ਵੀ 8101 ਵੋਟ ਜਿਹੜੀ ਹੈਗੀ ਮਾਨ ਸਾਹਿਬ ਨੂੰ ਮਤਲਬ ਵੱਧ ਕੇ ਮਿਲੀ ਹੈ ਦੂਜੀਆਂ ਪਾਰਟੀਆਂ ਤੋਂ, ਤਾਂ ਉਹਦੇ 'ਚ ਕਿੰਨਾ ਕੁ ਲੱਗਦਾ ਕਿ ਤੁਹਾਡੀਆਂ ਅਪੀਲਾਂ ਨੇ ਕੰਮ ਕੀਤਾ ਹੋਊਗਾ ਜਾਂ ਮੁਸਲਮਾਨਾਂ ਦੀ ਸੋਚ ਬਣੀ ਹੈ ਇਸ ਚੀਜ਼ ਵਾਸਤੇ? और ਜਿਹੜੀਆਂ ਸਾਡੀਆਂ ਅਪੀਲਾਂ ਤੁਸੀਂ ਕਹਿੰਦੇ ਕਿ ਸਾਡੀ ਅਪੀਲ ਇਹ ਤਾਂ ਲੋਕ ਮਨ ਬਣਾ ਚੁੱਕੇ ਨੇ। ਮਲੇਰਕੋਟਲੇ ਦੇ ਲੋਕਾਂ ਨੇ ਇੱਕ ਬਹੁਤ ਬੜਾ ਫਤਵਾ ਸੁਣਾਇਆ ਹੈ। ਹੁਣ ਇਹਨਾਂ ਨੂੰ ਇਸ ਗੱਲ ਤੋਂ ਸਮਝ ਲੈਣੀ ਚਾਹੀਏ ਕਿ ਲੋਕ ਸਾਡੇ ਕੋਲੋਂ ਕਿਉਂ ਦੂਰ ਹੋ ਗਏ, ਕਿਉਂ ਸਾਡੇ ਕੋਲੋਂ ਮੋਹ ਭੰਗ ਹੋ ਗਿਆ। ਉਹ ਅਸਲ ਵਜ੍ਹਾ ਹੈ ਕਿ ਕੰਮ ਨਹੀਂ ਕਰ ਰਹੇ। ਕੁੱਲ ਮਿਲਾ ਕੇ 90 ਦਿਨ ਹੋਏ ਹੈ ਸਰਕਾਰ ਬਣੀ ਨੂੰ। 90 ਦਿਨਾਂ ਤੋਂ ਬਾਅਦ ਸਰਕਾਰ ਜਿਵਨੀ ਹਾਰਦੀ ਹੈ। ਇਸ ਜਿੱਤ ਨੂੰ ਕਿਵੇਂ ਦੇਖਦੇ ਹੋ? ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੂੰ ਕੀ ਦੇਖਦੇ ਹੋ, ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਹੈ ਮਤਲਬ ਕੀ ਉਥਲ ਪੁਥਲ ਹੋਣ ਵਾਲੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ? ਉਹ ਭੰਗ ਇਸ ਕਰਕੇ ਹੋ ਚੱਕਿਆ ਕਿਉਂਕਿ ਜਦੋਂ ਉਹਨਾਂ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਉਹਨਾਂ ਦੀਆਂ ਸਟੇਜਾਂ 'ਤੇ ਜਿਹੜੇ ਉਹਨਾਂ ਦਾ ਭਾਸ਼ਣ, ਤਾਂ ਮੈਂ ਨਹੀਂ ਕਹੂੰਗਾ ਕਮੇਡੀ ਜਿਹੜੀ ਉਹ ਕਰਦੇ ਸੀ ਸਟੇਜਾਂ ਤੇ, ਅੱਜ ਕੱਲ੍ਹ ਵਿਧਾਨ ਸਭਾ 'ਚ ਵੀ ਕਰਦੇ ਆ ਉੱਦਾਂ ਦੀਆਂ ਗੱਲਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ, ਕਿਉਂਕਿ ਸਿੰਘ ਤਾਂ ਲਾਉਂਦੇ ਨਹੀਂ, ਉਹਨਾਂ ਵੱਲੋਂ ਸਾਡੇ 5 ਕਕਾਰਾਂ 'ਚੋਂ ਕਿਰਪਾਨ ਦੀ ਜਿਹੜੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਕੋਸ਼ਿਸ਼ ਨਹੀਂ ਕੀਤੀ ਗਈ, ਬੇਇੱਜ਼ਤੀ ਕੀਤੀ ਗਈ ਆ। ਵਿਧਾਨ ਸਭਾ ਇਲੈਕਸ਼ਨ ਜਿਮਨੀ ਚੋਣ ਦਾ ਰਿਜ਼ਲਟ ਆ ਗਿਆ ਹੈ, ਔਰ ਇੱਕ ਚੀਜ਼ ਜੋ ਦੇਖਣ 'ਚ ਮਿਲੀ ਹੈ ਇਸ ਜਿਮਨੀ ਦੇ ਵਿੱਚ, ਮੌਜੂਦਾ ਸਰਕਾਰ ਦੇ ਅਗੇਂਸਟ ਫੈਸਲਾ ਆਇਆ ਔਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਝੰਡੇ ਗੱਡੇ ਹੈ। ਔਰ ਇਹਦੇ ਵਿੱਚ ਤੁਸੀਂ ਇੱਕ ਚੀਜ਼ ਹੋਰ ਦੇਖੋਗੇ ਕਿ 3 ਮਹੀਨੇ ਪਹਿਲਾਂ ਉਹ ਸਰਕਾਰ ਜੋ 92 ਸੀਟਾਂ ਜਿੱਤਦੀ ਹੈ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ, ਉਹ ਆਪਣੇ ਬੇਸ ਤੋਂ, ਬੇਸ ਟਾਊਨ ਤੋਂ, ਬੇਸ ਜ਼ਿਲ੍ਹੇ ਤੋਂ ਜਿਮਨੀ ਹਾਰ ਜਾਂਦੀ ਹੈ। ਬਹੁਤ ਵੱਡੀ ਗੱਲ ਹੈ। ਅੱਜ 2 ਮਹਿਮਾਨ ਸਾਡੇ ਨਾਲ, ਇੱਕ ਮੈਂ ਗੱਲ ਕਰ ਰਿਹਾ ਉਸ ਸ਼ਖਸੀਅਤ ਦੀ ਜਿਨ੍ਹਾਂ ਨੇ ਵਿਧਾਨ ਸਭਾ ਇਲੈਕਸ਼ਨ ਦੇ ਸਮੇਂ ਸਿਮਰਨਜੀਤ ਸਿੰਘ ਮਾਨ ਦਾ ਸਾਥ ਦਿੱਤਾ ਔਰ ਉਹਨਾਂ ਦੇ ਭਾਵੁਕ ਸੰਦੇਸ਼ ਪੂਰੀ ਦੁਨੀਆ ਦੇ ਵਿੱਚ ਸਪਰੈਡ ਹੋਏ ਔਰ ਲੋਕਾਂ ਨੇ ਅਪਰੋਕਸੀਮੇਟਲੀ 10 ਮਿਲੀਅਨਸ, ਮੈਂ 1 ਕਰੋੜ ਦੀ ਗੱਲ ਕਰਦਾ, 1 ਕਰੋੜ ਬੰਦੇ ਤੋਂ ਜ਼ਿਆਦਾ ਨੇ ਉਸ ਮੈਸੇਜ ਨੂੰ ਦੇਖਿਆ ਔਰ ਸ਼ਾਇਦ ਕਿ ਉਹ ਵੀ ਇੱਕ ਇੰਪੈਕਟ ਰਿਹਾ ਹੋਊਗਾ ਇਸ ਜਿੱਤ ਦਾ। ਔਰ ਦੂਸਰੀ ਪਰਸਨੈਲਿਟੀ ਸਾਡੇ ਨਾਲ ਮੁਹੰਮਦ ਆਰਿਫ ਸਾਹਿਬ ਨੇ ਮਲੇਰਕੋਟਲੇ ਤੋਂ। ਆਰਿਫ ਸਾਹਿਬ ਉਹ ਪਰਸਨੈਲਿਟੀ ਨੇ ਜਿਨ੍ਹਾਂ ਨੇ ਖੁੱਲ੍ਹ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਮਦਦ ਕੀਤੀ। ਪਹਿਲਾਂ ਵੀ ਅਸੀਂ ਇੱਕ ਵੀਡੀਓ ਕੀਤੀ ਸੀ, ਉਹ ਵੀ ਕਾਫੀ ਚੱਲੀ ਹੈ ਔਰ ਇਹਨਾਂ ਨੇ ਅਪੀਲ ਕੀਤੀ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ 'ਚ ਕਿ ਉਹਨਾਂ ਨੂੰ ਵੋਟ ਦਿੱਤੀ ਜਾਵੇ। ਹੁਣ ਵੋਟਾਂ ਵੀ ਪੈ ਗਈਆਂ ਤੇ ਉਸ ਤੋਂ ਬਾਅਦ ਸਰਦਾਰ ਜੀ ਜਿੱਤ ਵੀ ਗਏ। ਆਪਾਂ ਗੱਲ ਕਰਦੇ ਹਾਂ ਕਿ ਅੱਜ ਇਹਨਾਂ ਦੀ ਕੀ ਫੀਲਿੰਗ ਹੈ। ਸਭ ਤੋਂ ਪਹਿਲਾਂ ਆਪਾਂ ਚੱਲਾਂਗੇ ਸਰਦਾਰ ਸਿਮਰਨਜੀਤ ਸਿੰਘ ਸੇਖੇ ਕੋਲ। ਸੇਖੇ ਸਾਹਿਬ, ਸਭ ਤੋਂ ਪਹਿਲਾਂ ਵੈਲਕਮ ਕਹੂੰਗਾ ਤੁਹਾਨੂੰ ਸਾਡੇ ਚੈਨਲ ਰੀਸੈਂਟ ਟਾਈਮ ਦੇ ਵਿੱਚ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰੇ ਦੇਖਣ ਵਾਲਿਆਂ ਦਾ ਜੀ। ਸੇਖੇ ਸਾਹਿਬ, ਇੱਕ ਗੱਲ ਦੱਸੋ, ਇੱਕ ਅਪੀਲ ਹੁੰਦੀ ਹੈ, ਤੁਸੀਂ ਅਪੀਲ ਕੀਤੀ ਵਿਧਾਨ ਸਭਾ ਇਲੈਕਸ਼ਨ ਸਮੇਂ, ਸ਼ਾਇਦ ਕਿ ਉਹਨੂੰ ਪੱਕਣ ਨੂੰ ਟਾਈਮ ਲੱਗ ਗਿਆ ਕਿ ਉਸ ਤੋਂ ਬਾਅਦ ਜਾ ਕੇ ਮਤਲਬ ਉਹ ਚੀਜ਼ ਕੰਮ ਆਈ ਲੋਕ ਸਭਾ ਇਲੈਕਸ਼ਨ ਦੇ ਵਿੱਚ, ਕੀ ਸੋਚਦੇ ਹੋ ਤੁਸੀਂ? ਮੈਂ 2 ਲਾਈਨਾਂ ਕਹਿਣੀਆਂ ਚਾਹਾਂਗਾ। ਜਦੋਂ ਅਮਰਗੜ੍ਹ ਹਾਰੇ ਤਾਂ ਕਈਆਂ ਨੇ ਸਾਡਾ ਮਜ਼ਾਕ ਬਣਾਤਾ, ਪਰ ਬਾਬੇ ਦੀ ਮਿਹਰ ਸਦਕਾ ਹੌਸਲਾ ਨਹੀਂ ਹਾਰਿਆ। ਜੇ ਐਮਐਲਏ ਨਹੀਂ ਬਣਾ ਸਕੇ ਤਾਂ ਅੱਜ ਐਮਪੀ ਬਣਾਤਾ। ਇਸ ਕਰਕੇ ਹੌਸਲਾ ਨਹੀਂ ਹਾਰਿਆ। ਉਹ ਭਾਵੁਕ ਸੰਦੇਸ਼ ਜਿਹੜੇ ਉਸ ਵੇਲੇ ਬਾਈ ਦੀਪ ਸਿੱਧੂ ਦੇ ਜਾਣ ਮੌਕੇ, ਬੜਾ ਦੁੱਖ ਦਾ ਕਠਿਨ ਸਮਾਂ ਸੀ ਉਦੋਂ ਮੇਰੇ ਉਹਨਾਂ ਸੰਦੇਸ਼ਾਂ ਨੇ ਪੂਰੀ ਦੁਨੀਆ ਦੇ ਵਿੱਚ ਲੋਕਾਂ ਨੂੰ ਸੋਚਣ ਲਈ ਮਜਬੂਰ ਕੀਤਾ। ਬਹੁਤ ਮੈਨੂੰ ਫੋਨ ਆਏ ਪੂਰੀ ਦੁਨੀਆ ਦੇ ਵਿੱਚੋਂ, ਔਰ ਬਹੁਤ ਪਰਿਵਾਰਾਂ ਨੇ ਮੈਨੂੰ ਇਹ ਵੀ ਫੋਨ ਕਰਕੇ ਕਿਹਾ ਕਿ ਅਸੀਂ ਕਿਸੇ ਵੋਟ ਕਿਸੇ ਹੋਰ ਪਾਸੇ ਪਾਉਣ ਚੱਲੇ ਸੀ, ਪਰ ਉਹਨਾਂ ਸੰਦੇਸ਼ਾਂ ਨੂੰ ਸੁਣ ਕੇ
ਅਸੀਂ ਵਾਹਵਾ ਰੋਏ ਤੇ ਸਾਡਾ ਮਨ ਬਦਲ ਗਿਆ ਤੇ ਅਸੀਂ ਮਾਨ ਸਾਹਿਬ ਨੂੰ ਵੋਟ ਦਿੱਤੀ ਜੀ। ਔਰ ਆਪਾਂ ਗੱਲ ਕਰੀਏ ਕਿ ਸਿਆਸਤ ਦਾ, ਪੰਜਾਬੀ ਸਿਆਸਤ ਦਾ ਬਾਬਾ ਬੋੜ ਕਹਿ ਲਈਏ ਆਪਾਂ, ਪੰਜਾਬੀ ਸਿਆਸਤ ਦਾ ਬਾਬਾ ਬੋੜ ਕਹਿ ਲਈਏ ਆਪਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ, ਤਾਂ ਮੈਂ ਗਲਤ ਨਹੀਂ, ਕੋਈ ਅਤਕਥਨੀ ਨਹੀਂ ਹੋਊਗੀ। ਕਈ ਦਹਾਕੇ ਹੋ ਗਏ ਸਿਆਸਤ ਦੇ ਵਿੱਚ, ਔਰ ਇਸ ਇਲੈਕਸ਼ਨ ਨੇ ਇੱਕ ਹੋਰ ਚੀਜ਼ ਦੱਸੀ ਹੈ ਸੇਕੇ ਸਾਹਿਬ, ਜੋ ਮੈਂ ਸਮਝਦਾ ਬਤੌਰ ਪੱਤਰਕਾਰ, ਕਿ ਮੈਂ ਆਪਣੇ ਐਕਸਪੀਰੀਅੰਸ ਦੇ ਮੁਤਾਬਕ ਅਗਰ ਗੱਲ ਕਰਾਂ ਕਿ ਅਗਰ ਪੰਥਕ ਸਿਆਸਤ ਦੀ ਗੱਲ ਕਰੀਏ, ਪੰਥਕ ਵੋਟ ਜਿਹੜੀ ਸੀਗੀ ਉਹ ਸ਼ਾਇਦ ਕਿ ਆਪਾਂ ਸੈਡ ਜਿਹਨੂੰ ਆਪਾਂ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਬਾਦਲ, ਉਹਦੇ ਤੋਂ ਕਨਵਰਟ ਹੋ ਗਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਿੰਨੇ ਨੂੰ ਜਾਂਦੀ ਦਿਖੀ, ਔਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਭੁਗਤੀ ਹੈ। ਦੇਖੋ, ਜਿਹੜੇ ਪਿਛਲਾ ਸਮਾਂ ਬਾਦਲ ਸਾਹਿਬ ਦੇ ਜਾਂ ਉਹਨਾਂ ਦੀ ਪਾਰਟੀ ਨੇ, ਕਿਉਂਕਿ ਮੈਂ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਹੀਂ ਮੰਨਦਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤਾਂ ਬਹੁਤ ਕੁਰਬਾਨੀਆਂ ਭਰੇ ਇਤਿਹਾਸ ਵਾਲੀ ਪਾਰਟੀ ਆ, ਜਿਹਦੇ ਵਿੱਚ ਬਹੁਤ ਜੁਝਾਰੂ ਆਗੂ ਰਹੇ ਆ। ਇਹ ਬਾਦਲ ਐਂਡ ਫੈਮਿਲੀ, ਜਿਹੜੀ ਬਾਦਲ ਐਂਡ ਕੰਪਨੀ ਕਹਿ ਲਓ, ਇਹਨਾਂ ਨੇ ਅਕਾਲੀ ਦਲ ਦਾ ਰੂਪ ਹੀ ਬਦਲਦਾ। ਤੁਹਾਡੇ ਯਾਦ ਹੋਵੇਗਾ ਕਬੱਡੀ ਕੱਪਾਂ 'ਤੇ ਇਹਨਾਂ ਨੇ ਕਿਤੇ ਅਕਾਲੀ ਦਲ ਦੀਆਂ ਸਟੇਜਾਂ 'ਤੇ ਸਿਰਫ ਢਾਡੀ ਵਾਰਾਂ ਚੱਲਦੀਆਂ ਹੁੰਦੀਆਂ ਸੀ ਜਾਂ ਧਾਰਮਿਕ ਪ੍ਰੋਗਰਾਮ ਹੀ ਹੁੰਦੇ ਸੀ, ਅਤੇ ਇਹਨਾਂ ਨੇ ਡੀਜੇ ਲਾ ਕੇ ਉੱਥੇ ਤੁਹਾਨੂੰ ਪਤਾ ਹੀ ਆ ਕੀ ਕੁਛ ਕਰਾਇਆ, ਨਾਚ ਕਰਾਏ ਨੇ, ਅਤੇ ਬਹੁਤ ਵੱਡੇ ਇਲਜ਼ਾਮ ਇਹਨਾਂ 'ਤੇ ਲੱਗੇ ਨੇ। ਔਰ ਪੰਥਕ ਜਿਹੜੀ ਵੋਟ ਹੈ ਉਹ ਬਾਦਲ ਐਂਡ ਕੰਪਨੀ ਤੋਂ ਬਿਲਕੁਲ ਬੇਮੁਖ ਹੋ ਚੁੱਕੀ ਆ, ਇਹਨਾਂ ਕੰਨੀ ਮੂੰਹ ਨਹੀਂ ਕਰਦੀ। ਇਹਨਾਂ ਨੂੰ ਸਿਆਸਤ ਤੋਂ ਪਾਸੇ ਕਰ ਲੈਣਾ ਚਾਹੀਦਾ ਆਪਣੇ ਆਪ ਨੂੰ। ਆਉਣ ਵਾਲਾ ਜਿਹੜਾ ਸਮਾਂ ਹੈ ਪੰਥਕ ਸਿਆਸਤ ਦਾ, ਉਹ ਸਿਮਰਜੀਤ ਸਿੰਘ ਮਾਨ ਦਾ ਹੀ ਹੋਗਾ ਜੀ। ਆਪਾਂ ਇੱਕ ਵਾਰ ਗੱਲ ਕਰਾਂਗੇ ਆਰਿਫ ਸਾਹਿਬ ਦੇ ਨਾਲ ਵੀ, ਔਰ ਮੁੜ ਕੇ ਦੁਬਾਰਾ ਫਿਰ ਸੇਕੇ ਸਾਹਿਬ ਦੇ ਕੋਲ ਆਵਾਂਗੇ। ਆਰਿਫ ਸਾਹਿਬ, ਜੋ ਤੁਹਾਡਾ ਸੰਦੇਸ਼ ਸੀਗਾ ਮੁਸਲਮਾਨਾਂ ਵਾਸਤੇ, ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਵੀ ਤੁਸੀਂ ਹਲਕਾ ਅਮਰਗੜ੍ਹ ਦੇ ਜੋ ਮੁਸਲਮਾਨ ਸੀਗੇ ਉਹਨਾਂ ਨੂੰ ਅਪੀਲ ਕੀਤੀ, ਅਤੇ ਉਸ ਤੋਂ ਬਾਅਦ ਇਸ ਲੋਕ ਸਭਾ ਇਲੈਕਸ਼ਨ ਦੇ ਵਿੱਚ ਫਿਰ ਇੱਕ ਵਾਰ ਅਪੀਲ ਕੀਤੀ ਤੁਸੀਂ ਮਾਨ ਸਾਹਿਬ ਦੇ ਨਾਲ, ਸਟੇਜਾਂ ਦੇ ਉੱਪਰ ਸਟੇਜਾਂ ਵੀ ਸ਼ੇਅਰ ਕੀਤੀਆਂ। ਜੋ ਮੁਸਲਮਾਨਾਂ ਦੀ ਵੋਟ ਜੋ ਮੇਰੇ ਮਤਲਬ ਨੌਲੇਜ ਦੇ ਵਿੱਚ ਆਈ ਹੈ ਵੀ 8101 ਵੋਟ ਜਿਹੜੀ ਹੈਗੀ ਮਾਨ ਸਾਹਿਬ ਨੂੰ ਮਤਲਬ ਵੱਧ ਕੇ ਮਿਲੀ ਹੈ ਦੂਜੀਆਂ ਪਾਰਟੀਆਂ ਤੋਂ, ਤਾਂ ਉਹਦੇ 'ਚ ਕਿੰਨਾ ਕੁ ਲੱਗਦਾ ਕਿ ਤੁਹਾਡੀਆਂ ਅਪੀਲਾਂ ਨੇ ਕੰਮ ਕੀਤਾ ਹੋਊਗਾ, ਜਾਂ ਮੁਸਲਮਾਨਾਂ ਦੀ ਸੋਚ ਬਣੀ ਹੈ ਇਸ ਚੀਜ਼ ਵਾਸਤੇ? ਸਭ ਤੋਂ ਪਹਿਲਾਂ ਤਾਂ ਮਾਮੂਨ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਫਿਰ ਦੁਬਾਰਾ ਇੱਕ ਵਾਰ ਸਾਨੂੰ ਯਾਦ ਕੀਤਾ ਹੈ। ਅਮਰਗੜ੍ਹ ਦੇ ਇਲੈਕਸ਼ਨਾਂ ਦੇ ਵਿੱਚ ਜਦੋਂ ਵਿਧਾਨ ਸਭਾ ਤੇ ਉੱਥੇ ਵੀ ਸਾਡੇ ਅਪੀਲ ਕਰਵਾਈ ਸੀ, ਅਤੇ ਅਸੀਂ ਆਪਣੀ ਤਰਫ ਤੋਂ, ਸਾਡੀ ਪੂਰੀ ਟੀਮ ਦੀ ਤਰਫ ਤੋਂ, ਮੁਸਲਿਮ ਭਾਈਚਾਰਾ ਮਲੇਰਕੋਟਲਾ ਦੀ ਤਰਫ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਹਾਦਾ ਨਾਰਾ ਉਸ ਟਾਈਮ ਮਾਰਿਆ ਤਾਂ, ਔਰ ਉੱਥੇ ਜਾ ਕੇ ਵੀ ਅਸੀਂ ਅਮਰਗੜ੍ਹ ਦੇ ਵਿੱਚ ਉਹਨਾਂ ਨਾਲ ਸਟੇਜਾਂ ਸ਼ੇਅਰ ਕੀਤੀਆਂ ਸੀਆਂ। ਔਰ ਹੁਣ ਜਦੋਂ ਲੋਕ ਸਭਾ ਦਾ ਇਲੈਕਸ਼ਨ ਹੋਇਆ ਤਾਂ ਉਸ ਤੋਂ ਪਹਿਲਾਂ ਵੀ ਸਾਡੀ ਇੱਕ ਅਪੀਲ ਜੋ ਮਲੇਰਕੋਟਲੇ ਦੇ ਮੁਸਲਿਮ ਭਾਈਚਾਰੇ ਨੂੰ, ਖਾਸ ਕਰਕੇ ਪੂਰੇ ਡਿਸਟ੍ਰਿਕਟ ਸੰਗਰੂਰ ਦੇ ਮੁਸਲਿਮ ਭਾਈਚਾਰੇ ਨੂੰ ਅਪੀਲ ਕੀਤੀ ਗਈ ਸੀ। ਫਿਰ ਹੁਣ ਜਦੋਂ ਇਲੈਕਸ਼ਨ ਹੋ ਗਏ ਹੈ ਤਾਂ ਸਭ ਤੋਂ ਬੜੀ ਜਿਹੜੀ ਲੀਡ ਮਿਲੀ ਹੈ ਸਰਦਾਰ ਸਾਹਿਬ ਨੂੰ, ਉਹ ਮਲੇਰਕੋਟਲੇ ਤੋਂ ਮਿਲੀ ਹੈ, ਔਰ ਉਹ ਵੀ ਆਪਣੀ ਸਪੀਚਾਂ ਦੇ ਵਿੱਚ ਹੀ। ਔਰ ਜਿਹੜੇ ਮੈਂ ਕੱਲ੍ਹ ਦਾ ਦੇਖ ਰਿਹਾ ਹਾਂ ਕਿ ਪੂਰੇ ਪੰਜਾਬ ਕੀ ਪੂਰੀ ਦੁਨੀਆ ਦਾ ਸਿੱਖ ਭਾਈਚਾਰੇ ਦੇ ਦਿਲਾਂ ਦੇ ਵਿੱਚ ਮੁਸਲਿਮ ਨੌਜਵਾਨਾਂ ਦੀ ਜਾਂ ਮੁਸਲਿਮ ਕਮਿਊਨਿਟੀ ਦੀ ਜਿਹੜੀ ਇੱਜ਼ਤ ਹੈ, ਉਹ ਕੱਲ੍ਹ ਤੋਂ ਜਿਹੜੀ ਮੈਂ ਦੇਖ ਰਿਹਾ ਹਾਂ ਬਹੁਤ ਜ਼ਿਆਦਾ ਵਧੀ ਹੈ। ਉਹਦਾ ਮੇਨ ਕਾਰਨ ਹੈ ਕਿ ਜਿਹੜਾ ਮਲੇਰਕੋਟਲੇ ਦੇ ਮੁਸਲਿਮ ਭਾਈਚਾਰੇ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਇੱਕ ਬਹੁਤ ਬੜਾ ਹਾਦਾ ਨਾਰਾ ਮਾਰਿਆ ਹੈ ਕਿ ਦੇਖੋ ਕਿ ਪੂਰੇ ਡਿਸਟ੍ਰਿਕਟ ਸੰਗਰੂਰ ਦੇ ਵਿੱਚ 9 ਅਸੈਂਬਲੀ ਹਲਕੇ ਨੇ, ਔਰ 9 ਅਸੈਂਬਲੀ ਹਲਕਿਆਂ ਦੇ ਵਿੱਚੋਂ 4 ਅਸੈਂਬਲੀ ਹਲਕਿਆਂ ਦੇ ਵਿੱਚ ਜਿੱਥੇ ਮਾਨ ਸਾਹਿਬ ਜਿੱਤੇ ਨੇ, ਔਰ ਉਹ ਜਿੱਥੇ 4 ਜਿੱਤੇ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੀ ਵੋਟ ਹੈ ਨਾ, ਉਹ ਮਲੇਰਕੋਟਲੇ ਦੀ ਹੈ। ਉਹ ਜਿਹੜੀ ਮਲੇਰਕੋਟਲੇ ਦੀ ਵੋਟ ਹੈ, ਸਭ ਦੇਖਦੇ ਨੇ ਕਿ ਮੁਸਲਿਮ ਭਾਈਚਾਰਾ ਉਰੇ ਵੱਧ ਹੈ, ਔਰ ਮੁਸਲਿਮ ਭਾਈਚਾਰੇ ਨੇ ਉਰੇ ਵੋਟ ਸਭ ਤੋਂ ਵੱਧ ਪਾਈ ਹੈ। ਇਹਦਾ ਸਭ ਤੋਂ ਬੜਾ ਰੀਜ਼ਨ ਰਿਹਾ ਹੈ। ਔਰ ਜਿਹੜੀਆਂ ਸਾਡੀਆਂ ਅਪੀਲਾਂ, ਤੁਸੀਂ ਕਹਿੰਦੇ ਹੋ ਕਿ ਸਾਡੀ ਅਪੀਲ, ਇਹ ਤਾਂ ਲੋਕ ਮਨ ਬਣਾ ਚੁੱਕੇ ਥੇ। ਲੋਕ ਸਾਡੀਆਂ ਅਪੀਲਾਂ ਨੇ ਵੀ, ਮੈਨੂੰ ਵੀ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਸਟੇਜ ਸ਼ੇਅਰ ਕੀਤੀ ਸੀ ਤਾਂ ਉਹਨਾਂ ਨੇ ਵੀ ਆਪਣੀ ਜ਼ੁਬਾਨ ਦੇ ਉੱਪਰ ਮੈਨੂੰ ਇਹ ਗੱਲ ਕਹੀ ਸੀ ਕਿ ਤੁਸੀਂ ਸਾਡੇ ਨਾਲ ਆਏ ਹੋ, ਔਰ ਲੋਕਾਂ ਦਾ ਬਹੁਤ ਜ਼ਿਆਦਾ ਰੁਝਾਨ ਬਦਲਿਆ ਹੈ। ਔਰ ਇਹਨਾਂ ਦੇ ਜਿਹੜੇ ਦੂਜੇ ਪਾਰਟੀ ਵਰਕਰ ਤੇ ਉਹਨਾਂ ਨਾਲ ਵੀ ਜਦੋਂ ਗੱਲ ਹੋਈ ਹੈ, ਉਹਨਾਂ ਨੇ ਵੀ ਸਾਡਾ ਬਹੁਤ ਉਹ ਕੀਤਾ ਤਾਂ ਕਿ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੈ ਕਿ ਜਿਹੜਾ ਤੁਸੀਂ ਸਾਡੇ ਲਈ ਅਪੀਲ ਕੀਤੀ ਹੈ ਲੋਕਾਂ ਨੂੰ। ਔਰ ਬਹੁਤ ਸਾਰੇ ਐਸੇ ਸਾਡੇ ਮੇਰੇ ਦੋਸਤ ਜਿਨ੍ਹਾਂ ਨੇ ਮੈਨੂੰ WhatsApp ਦੇ ਉੱਪਰ ਜਾਂ ਫੇਸਬੁੱਕ ਦੇ ਉੱਪਰ ਮੈਸੇਜ ਕਰਕੇ ਕਿਹਾ ਕਿ ਆਰਿਫ ਸਾਹਿਬ ਜਿਹੜਾ ਇਹ ਡਿਸੀਜਨ ਲੈਤਾ ਹੈ ਬਹੁਤ ਅੱਛਾ ਲੈਤਾ ਹੈ, ਕਿ ਹੁਣ ਸਾਨੂੰ ਜ਼ਰੂਰਤ ਹੈ ਕਿ ਅਸੀਂ ਉਹਨਾਂ ਦੇ ਹਾਂ ਦੇ ਵਿੱਚ ਉਹਨਾਂ ਦੇ ਲਈ ਹਾਂ ਦਾ ਨਾਰਾ ਮਾਰੀਏ, ਕਿਉਂਕਿ ਉਹ ਹਰ ਵਾਰ ਜਿੱਥੇ ਵੀ ਜ਼ੁਲਮ ਹੁੰਦਾ ਹੈ ਸਭ ਤੋਂ ਪਹਿਲਾਂ ਉਹਨਾਂ ਦੀ ਆਵਾਜ਼ ਨਿਕਲਦੀ ਹੈ, ਸਾਡੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਦੇ ਨੇ। ਔਰ ਅੱਜ ਸਾਡੀ ਜ਼ਰੂਰਤ ਸੀ ਜਿਹੜੀ ਸਾਨੂੰ ਉਹਨਾਂ ਦੇ ਲਈ ਹਾਂ ਦਾ ਨਾਰਾ ਮਾਰਿਆ। ਬਹੁਤ ਸਾਰੇ ਲੋਕਾਂ ਨੇ ਐਪਰੀਸ਼ੀਏਟ ਕੀਤਾ ਹੈ, ਬਹੁਤ ਸਾਰੇ ਲੋਕਾਂ ਨੇ ਹੌਸਲਾ ਅਫਜ਼ਾਈ ਦਿੱਤੀ ਹੈ, ਜਿਸ ਦਾ ਨਤੀਜਾ ਇਹ ਹੋਇਆ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ 5628 ਵੋਟਾਂ ਦੇ ਉੱਪਰ ਜਿੱਤ ਕੇ ਗਏ ਨੇ। ਜੀ ਸ਼ੁਕਰੀਆ ਜੀ ਆਰਿਫ ਸਾਹਿਬ। ਆਪਾਂ ਇੱਕ ਵਾਰ ਚੱਲਦੇ ਹਾਂ, ਦੁਬਾਰਾ ਫਿਰ ਗੱਲ ਕਰਦੇ ਸੇਕੇ ਸਾਹਿਬ ਦੇ ਨਾਲ। ਸੇਕੇ ਸਾਹਿਬ ਕਾਫੀ ਸਮਝ ਰੱਖਦੇ ਹੋ ਤੁਸੀਂ ਸਿਆਸਤ ਦੀ। ਹੁਣ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਕਿ 3 ਮਹੀਨੇ
ਕੁੱਲ ਮਿਲਾ ਕੇ 90 ਦਿਨ ਹੋਏ ਹੈ ਸਰਕਾਰ ਬਣੀ ਨੂੰ, 90 ਦਿਨਾਂ ਤੋਂ ਬਾਅਦ ਸਰਕਾਰ ਜਿਮਨੀ ਹਾਰਦੀ ਹੈ। ਇਸ ਜਿੱਤ ਨੂੰ ਕਿਵੇਂ ਦੇਖਦੇ ਹੋ? ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੂੰ ਕੀ ਦੇਖਦੇ ਹੋ, ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਹੈ, ਮਤਲਬ ਕੀ ਉਥਲ ਪੁਥਲ ਹੋਣ ਵਾਲੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ? ਦੇਖੋ, ਜਿਹੜੀ ਸਰਕਾਰ ਆ ਉਹ ਤੋਂ ਮੋਹ ਭੰਗ ਹੋ ਚੁੱਕਿਆ, ਲੋਕਾਂ ਦਾ ਮੋਹ ਭੰਗ ਇਸ ਕਰਕੇ ਹੋ ਚੁੱਕਿਆ ਕਿਉਂਕਿ ਜਦੋਂ ਉਹਨਾਂ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਉਹਨਾਂ ਦੀਆਂ ਸਟੇਜਾਂ 'ਤੇ ਜਿਹੜੇ ਉਹਨਾਂ ਦਾ ਭਾਸ਼ਣ, ਤਾਂ ਮੈਂ ਨਹੀਂ ਕਹੂੰਗਾ ਕਮੇਡੀ ਜਿਹੜੀ ਉਹ ਕਰਦੇ ਸੀ ਸਟੇਜਾਂ 'ਤੇ, ਅੱਜ ਕੱਲ੍ਹ ਵਿਧਾਨ ਸਭਾ 'ਚ ਵੀ ਕਰਦੇ ਆ ਉੱਦਾਂ ਦੀਆਂ ਗੱਲਾਂ, ਅਤੇ ਉਹਦੇ 'ਚ ਉਹਨਾਂ ਨੇ ਬੜੀਆਂ ਗੱਲਾਂ, ਜਿੱਦਾਂ ਅਨਮੋਲ ਗਗਨ ਮਾਨ ਨੇ ਕਿਹਾ ਕਿ 5 ਮਿੰਟ ਦਿਓ ਸਾਨੂੰ, 5 ਮਿੰਟਾਂ 'ਚ 23 ਫਸਲਾਂ ਦੇ ਉੱਤੇ ਅਸੀਂ ਦੇ ਦਾਂਗੇ MSP, ਇੱਦਾਂ ਕਰ ਦਾਂਗੇ, ਉਹ ਕਰ ਦਾਂਗੇ, ਬਾਹ ਕਰ ਦਾਂਗੇ। ਉਹ ਹੋਇਆ ਕੱਖ ਨਹੀਂ, 100 ਦਿਨ ਦੀ ਸਰਕਾਰ ਤੋਂ ਹੋਇਆ ਕੱਖ ਨਹੀਂ। ਉਹ ਉੱਦਾਂ ਦੇ ਹਾਲਾਤ ਨੇ, ਪੰਜਾਬ ਸਿਰ ਹੋਰ ਕਰਜ਼ਾ ਚੜ੍ਹ ਗਿਆ। ਇਸ ਕਰਕੇ ਲੋਕਾਂ ਨੇ ਉਹਨਾਂ ਨੂੰ ਦੇਖ ਲਿਆ ਕਿ ਇਹ ਸਿਰਫ ਗੱਲਾਂ ਮਾਰ ਸਕਦੇ ਨੇ, ਕਰ ਇਹ ਵੀ ਕੁਝ ਨਹੀਂ ਸਕਦੇ। ਅਤੇ ਦੂਜੀ ਗੱਲ ਜਿਹੜਾ ਮੈਂ ਕਹਿੰਦਾ ਸਭ ਤੋਂ ਵੱਡਾ ਜਿਹੜਾ ਇਫੈਕਟ ਪਿਆ ਲੋਕ ਸਭਾ ਸੰਗਰੂਰ ਦੀ ਇਲੈਕਸ਼ਨ ਦੇ ਵਿੱਚ, ਸਾਡੇ ਸਿੱਖ ਧਰਮ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ 5 ਕਕਾਰਾਂ ਦੇ ਨਾਲ ਨਵਾਜਿਆ। 5 ਕਕਾਰਾਂ ਦੇ ਵਿੱਚ ਕਿਰਪਾਨ ਵੀ ਇੱਕ ਕਕਾਰ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ, ਕਿਉਂਕਿ ਸਿੰਘ ਤਾਂ ਲਾਉਂਦੇ ਨਹੀਂ, ਉਹਨਾਂ ਵੱਲੋਂ ਸਾਡੇ 5 ਕਕਾਰਾਂ 'ਚੋਂ ਕਿਰਪਾਨ ਦੀ ਜਿਹੜੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਕੋਸ਼ਿਸ਼ ਨਹੀਂ ਕੀਤੀ ਗਈ, ਬੇਇੱਜ਼ਤੀ ਕੀਤੀ ਗਈ ਆ। ਇਹ ਸਭ ਤੋਂ ਵੱਡਾ ਇਫੈਕਟ ਪਿਆ। ਸਾਡੀ ਕੌਮ ਨੇ ਇਸ ਚੀਜ਼ ਦਾ ਬੁਰਾ ਮਨਾਇਆ ਕਿ 5 ਕਕਾਰਾਂ 'ਚ ਸ਼ਾਮਲ ਕਿਰਪਾਨ ਦੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬੇਇੱਜ਼ਤੀ ਕਰਨਾ ਸਾਨੂੰ ਕਦੇ ਵੀ ਮਨਜ਼ੂਰ ਨਹੀਂ ਹੋਏਗਾ। ਇਸ ਕਰਕੇ ਲੋਕਾਂ ਨੇ ਗੁੱਸੇ ਦੇ ਵਿੱਚ ਆ ਕੇ, ਪੂਰੀ ਕੌਮ ਨੇ ਇਸ ਚੀਜ਼ ਨੂੰ, ਇਹਦੇ ਵਿਰੋਧ ਦੇ ਵਿੱਚ ਵੋਟ ਪਾਈ ਹੈ ਔਰ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਭਾਰੀ ਬਹੁਮਤ ਨਾਲ ਜਿਤਾਇਆ। ਔਰ ਆਉਣ ਵਾਲੀ, ਮੈਂ ਤੁਹਾਨੂੰ ਦੱਸਦਾ ਕਿ ਆਉਣ ਵਾਲੀ ਪੰਜਾਬ ਦੀ ਸਿਆਸਤ ਦਾ ਕੋਈ ਪਤਾ ਨਹੀਂ ਕਿ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ, ਔਰ ਫਿਰ ਇਤਿਹਾਸ ਦੁਹਰਾਇਆ ਜਾਵੇ ਪੰਜਾਬ ਦਾ ਪੁਰਾਣਾ, ਔਰ ਸਾਰੀਆਂ ਦੀਆਂ ਸਾਰੀਆਂ ਲੋਕ ਸਭਾ ਜਿਹੜੀਆਂ ਸੀਟਾਂ ਨੇ ਔਰ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਦੀ ਝੋਲੀ ਵਿੱਚ ਪੈ ਜਾਣ ਜੀ। ਔਰ ਬਾਕੀ ਤੁਸੀਂ ਮੈਨੂੰ ਇੱਕ ਹੋਰ ਗੱਲ ਦੱਸੋ ਕਿ ਜੋ ਸਿਆਸਤ ਦੀ ਆਪਾਂ ਗੱਲ ਕਰਦੇ ਹਾਂ, ਮਤਲਬ ਤੁਸੀਂ ਉਹਨਾਂ ਨੂੰ ਲਗਭਗ ਕਲੀਅਰ ਕਰ ਹੀ ਦਿੱਤਾ ਕਿ ਪੰਥਕ ਸਿਆਸਤ ਦਾ ਜਿਹੜਾ ਬੋਲਬਾਲਾ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ, ਅਤੇ ਉੱਥੇ ਜਿਹੜੀਆਂ ਰੂੜੀਵਾਦੀ ਪਾਰਟੀਆਂ, ਜਿਵੇਂ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਕਾਂਗਰਸ ਦੀ ਗੱਲ ਕਰੀਏ, BJP ਦੀ ਗੱਲ ਕਰੀਏ, ਉਹਨਾਂ ਨੂੰ ਕਿੱਥੇ ਦੇਖਦੇ ਹੋ ਤੁਸੀਂ? ਦੇਖੋ, ਰਵਾਇਤੀ ਪਾਰਟੀਆਂ ਨੇ ਕਹਿੰਦੇ ਹੁੰਦੇ ਨੇ ਜਿਹੜਾ ਆਪਣਾ ਘਰ ਨਹੀਂ ਸਾਂਭਦਾ ਉਹਨੇ ਬਾਹਰ ਕੀ ਸਾਂਭਣਾ। ਰਵਾਇਤੀ ਪਾਰਟੀਆਂ ਜਿਹੜੀਆਂ ਲੋਕਾਂ ਨੇ ਨਕਾਰੀਆਂ ਨੇ, ਉਹਨਾਂ ਨੇ ਜਿੱਤਣ ਤੋਂ ਬਾਅਦ ਜਿਹੜੇ ਰਸਤਿਆਂ 'ਤੇ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਕੰਧੇ ਦੇ ਕੇ ਉੱਪਰ ਚਾੜਿਆ, ਉਹਨਾਂ ਨੇ ਉਹਨਾਂ ਲੋਕਾਂ ਲਈ, ਆਪਣੇ ਵਰਕਰਾਂ ਲਈ ਦਰਵਾਜ਼ੇ ਬੰਦ ਕਰਕੇ ਰੱਖੇ। ਅਤੇ ਅੱਜ ਮੈਂ ਤੁਹਾਨੂੰ ਇੱਕ ਨਵੀਂ ਚੀਜ਼ ਤੁਸੀਂ ਦੇਖ ਰਹੇ ਹੋ ਕਿ ਜਦੋਂ ਨਾ ਵਰਕਰਾਂ ਦੇ ਨਾਲ ਧੱਕਾ ਹੁੰਦਾ ਸੀ, ਤਾਂ ਲੀਡਰ ਕਦੇ ਨਹੀਂ ਵਰਕਰਾਂ ਦੇ ਨਾਲ ਆ ਕੇ ਖੜ੍ਹੇ, ਅਤੇ ਬਾਹਰ ਰਹੇ ਨੇ, ਮਤਲਬ ਤਮਾਸ਼ਾ ਦੇਖਦੇ ਰਹੇ ਨੇ, ਕਦੇ ਵਰਕਰਾਂ ਦਾ ਸਾਥ ਨਹੀਂ ਦਿੱਤਾ। ਅਤੇ ਅੱਜ ਉਹੀ ਚੀਜ਼ ਮੈਂ ਤੁਹਾਨੂੰ ਦੁਬਾਰੇ ਤੁਸੀਂ ਦੇਖਣ ਨੂੰ ਮਿਲ ਰਹੀ ਹੈ, ਜਦੋਂ ਅੱਜ ਲੀਡਰਾਂ ਨੂੰ ਚੱਕ ਤੁੰਨਿਆ ਜਾ ਰਿਹਾ, ਅਤੇ ਅੱਜ ਫਿਰ ਵਰਕਰ ਆਪਦੇ ਘਰੇ ਬੈਠੇ ਆਰਾਮ ਨਾਲ ਵੀ ਹੋਣ ਤੋਂ ਜੋ ਕੁਝ ਹੁੰਦਾ। ਕਿਉਂਕਿ ਜੇ ਉਹਨਾਂ ਨੇ ਵਰਕਰਾਂ ਦੀ ਸਾਰ ਲਈ ਹੁੰਦੀ ਤਾਂ ਅੱਜ ਵਰਕਰ ਉਹਨਾਂ ਦੇ ਪਿੱਛੇ ਖੜ੍ਹਦੇ। ਪਿੱਛੇ ਤੁਸੀਂ ਦੇਖਦੇ ਹੁੰਦੇ ਸੀ ਨਾ, ਜੇ ਕਦੇ ਕਿਸੇ ਲੀਡਰ ਨਾਲ ਕੋਈ ਧੱਕਾ ਹੁੰਦਾ ਤਾਂ ਵਰਕਰ ਇਕੱਠੇ ਹੋ ਕੇ ਨਾਅਰੇਬਾਜ਼ੀ ਕਰਦੇ ਸੀ, ਉਹਦੇ ਮਗਰ ਜਾਂਦੇ ਸੀ। ਅੱਜ ਕੋਈ ਵਰਕਰ ਕਿਸੇ ਲੀਡਰ ਦੇ ਮਗਰ ਨਹੀਂ ਜਾਂਦਾ, ਕਿਉਂਕਿ ਲੀਡਰ ਕਦੇ ਵਰਕਰ ਦੇ ਨਾਲ ਨਹੀਂ ਖੜ੍ਹਿਆ, ਅਤੇ ਅੱਜ ਵਰਕਰ ਕਿਸੇ ਲੀਡਰ ਦੇ ਨਾਲ ਨਹੀਂ ਖੜ੍ਹ ਰਿਹਾ। ਸੋ ਜਿਹੜੀਆਂ ਪਾਰਟੀਆਂ ਨੇ ਆਪਣੇ ਕਾਡਰ ਨੂੰ ਨਹੀਂ ਸਾਂਭਿਆ, ਉਹ ਪਾਰਟੀਆਂ ਆਉਣ ਵਾਲੇ ਸਮੇਂ ਵਿੱਚ ਖਤਮ ਸਮਝੋ ਜੀ। ਆਰਿਫ ਸਾਹਿਬ, ਇੱਕ ਕੁਐਸਚਨ ਤੁਹਾਨੂੰ ਪੁੱਛੂੰਗਾ। ਅੱਜ ਹੀ ਇੱਕ ਪੰਜਾਬੀ ਅਖਬਾਰ ਦੀ ਖਬਰ ਹੈ ਕਿ ਮਲੇਰਕੋਟਲੇ ਦਾ MLA ਜੋ ਉਹਦਾ ਆਪਣਾ ਬੂਥ ਹੈ, ਆਪਣੇ ਬੂਥ ਦੇ ਵਿੱਚੋਂ ਵੀ ਹਾਰ ਗਿਆ। ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਈਆਂ, ਉੱਥੋਂ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੱਧ ਵੋਟਾਂ ਨਿਕਲੀਆਂ। ਇਹਦੇ 'ਤੇ ਕੀ ਟਿੱਪਣੀ ਹੈ ਤੁਹਾਡੀ? ਮੈਂ ਦੇਖਿਆ ਹੈ, ਮੈਂ ਵੀ ਸਵੇਰੇ ਖਬਰ ਪੜ੍ਹੀ ਹੈ ਕਿ ਜਿਹੜੇ ਉਹਨਾਂ ਦੇ 2 ਬੂਥ ਹੈ, ਗਾਲੀਵਨ 19 ਜਾਂ 20 ਨੰਬਰ ਬੂਥ ਹੈ ਜਿਹੜਾ ਉਹਨਾਂ ਦਾ, ਇੱਕ ਬੂਥ ਜਿਹੜਾ 19 ਨੰਬਰ था ਉਹਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ 142 ਵੋਟਾਂ ਪਈਆਂ ਨੇ, ਔਰ ਗੁਰਮੇਲ ਸਿੰਘ ਜੋ ਆਮ ਆਦਮੀ ਪਾਰਟੀ ਦੇ, ਸਿਰਫ ਉਹਨਾਂ ਨੂੰ 41 ਵੋਟਾਂ ਪਈਆਂ ਨੇ, ਬਲਕਿ 101 ਵੋਟ ਤੇ ਪਿੱਛੇ ਰਹੇ ਨੇ। ਜਿਹੜਾ 20 ਨੰਬਰ था ਉਹਦੇ ਵਿੱਚ 185 ਵੋਟਾਂ ਜਿਹੜੀਆਂ ਪਈਆਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪਈਆਂ ਨੇ, ਔਰ 101 ਵੋਟ ਜਿਹੜੀ ਪਈ ਆ ਗੁਰਮੇਲ ਨੂੰ ਪਈ ਹੈ।
ਔਰ ਉਹਦੇ ਤੋਂ 84 ਵੋਟਾਂ ਦੇ ਨਾਲ ਦੋ ਜਗ੍ਹਾ ਦੇ ਦੋਨਾਂ ਬੂਥਾਂ ਦੇ ਉੱਪਰੋਂ ਬੜੀ ਭਾਰੀ ਦੇ ਨਾਲ ਹਾਰਿਆ ਹੈ। ਔਰ ਇਹਦਾ ਜਿਹੜੇ ਲੋਕਾਂ ਦੇ ਵਿੱਚ ਸ਼ਹਿਰ ਮਲੇਰਕੋਟਲੇ ਦੇ ਪਿੱਛੋਂ ਦੇਖ ਰਹੇ ਹਾਂ ਕਿ ਪਿਛਲੇ 3 ਮਹੀਨਿਆਂ ਦੇ ਵਿੱਚ ਲੋਕਾਂ ਨੇ ਬਿਲਕੁਲ ਹੀ ਆਪਣਾ ਮੋਹ ਭੰਗ ਕਰਤਾ, ਇਹਨਾਂ ਕੋਲੋਂ ਬਿਲਕੁਲ ਹੀ ਆਪਣਾ ਮੋਹ ਭੰਗ ਕਰਤਾ। ਚਲੋ ਮੰਨਦੇ ਹਾਂ ਕਿ ਜਿਸ ਤਰ੍ਹਾਂ ਇਹਨਾਂ ਨੇ ਅੱਜ ਵੀ ਕਿਹਾ ਹੈ, ਮੈਂ ਦੇਖਿਆ ਕਿ ਜਿਹੜਾ ਅੱਜ ਵਿਧਾਨ ਸਭਾ ਦੇ ਵਿੱਚ ਗਏ ਨੇ ਸਾਰੇ ਦੇ ਸਾਰੇ ਐਮਐਲਏ, ਉਹਨਾਂ ਦਾ ਵੀ ਸਵੇਰੇ ਮੈਂ ਇੰਟਰਵਿਊ ਸੁਣ ਰਿਹਾ ਤਾਂ ਕਹਿੰਦੇ ਨੇ ਕਿ 3 ਮਹੀਨਿਆਂ ਦਾ ਸਮਾਂ ਜਿਹੜਾ ਹੋਇਆ ਇਹ ਤਾਂ ਬਹੁਤ ਘੱਟ ਹੁੰਦਾ ਹੈ। 3 ਮਹੀਨਿਆਂ ਦਾ ਸਮਾਂ ਸਰਕਾਰ ਦੇ ਲਈ ਬਹੁਤ ਘੱਟ ਹੁੰਦਾ, ਕਿਉਂਕਿ ਇਸ ਤਾਂ 5 ਸਾਲਾਂ ਦੇ ਲਈ ਕੀਤਾ। ਇਸ ਤੋਂ ਪਹਿਲਾਂ ਵੀ ਜਿਹੜੀ ਸਰਕਾਰ ਰਹੀ ਹੈ ਅਸੀਂ ਉਹਨਾਂ ਦੇ ਖਿਲਾਫ ਵੀ ਤੁਸੀਂ ਦੇਖਿਆ ਹੈ ਕਿ ਅਸੀਂ ਉਹਨਾਂ ਦੇ ਖਿਲਾਫ ਵੀ ਹਮੇਸ਼ਾ ਬੋਲਦੇ ਰਹੇ ਹਾਂ। ਜਿੱਥੇ ਗਲਤ ਹੁੰਦਾ ਹੈ ਉੱਥੇ ਗਲਤ ਨੂੰ ਗਲਤ ਕਹਿਣਾ ਸਾਡਾ ਕੰਮ ਹੈ, ਜਿੱਥੇ ਸਹੀ ਹੁੰਦਾ ਹੈ ਤਾਂ ਉੱਥੇ ਸਹੀ ਵੀ। ਤੁਹਾਨੂੰ ਦੇਖਿਆ ਹੋਊਗਾ ਕਿ ਮੈਨੇ ਮਾਨ ਸਾਹਿਬ ਦੇ ਲਈ ਵੀ ਪੋਸਟਾਂ ਪਾਈਆਂ ਨੇ ਜਿੱਥੇ ਉਹਨਾਂ ਨੇ ਅੱਛੇ ਫੈਸਲੇ ਲੈਤੇ ਨੇ, ਪਰ ਹੁਣ ਜਿਹੜੇ ਲੋਕਾਂ ਨੇ ਇਹਨਾਂ ਕੋਲੋਂ ਬਿਲਕੁਲ ਹੀ ਮੋਹ ਭੰਗ ਹੋ ਗਿਆ ਥਾ, ਜਿਸ ਦੀ ਵਜ੍ਹਾ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤੇ ਨੇ। ਇਹ ਲੋਕਾਂ ਜਿਹੜੇ ਮਲੇਰਕੋਟਲੇ ਦੇ ਲੋਕਾਂ ਨੇ ਇੱਕ ਬਹੁਤ ਬੜਾ ਫਤਵਾ ਸੁਣਾਇਆ ਹੈ। ਹੁਣ ਇਹਨਾਂ ਨੂੰ ਇਸ ਗੱਲ ਤੋਂ ਸਮਝ ਲੈਣੀ ਚਾਹੀਏ ਕਿ ਲੋਕ ਸਾਡੇ ਕੋਲੋਂ ਕਿਉਂ ਦੂਰ ਹੋ ਗਏ, ਕਿਉਂ ਸਾਡੇ ਕੋਲੋਂ ਮੋਹ ਭੰਗ ਹੋ ਗਿਆ। ਉਹ ਅਸਲ ਵਜ੍ਹਾ ਹੈ ਕਿ ਇਹ ਕੰਮ ਨਹੀਂ ਕਰ ਰਹੇ, ਇਹ ਸਿਰਫ ਉਹ ਦੂਸਰੇ ਕੰਮਾਂ ਦੇ ਵਿੱਚ ਆਪਣੇ ਘਰ ਭਰਨ ਦੇ ਲਈ ਲੱਗੇ ਹੋਏ ਨੇ। ਹੁਣ ਇਹਨਾਂ ਨੂੰ ਆਪਣਾ ਘਰ ਛੱਡ ਕੇ ਲੋਕਾਂ ਦੇ ਘਰ ਭਰਨੇ ਪੈਣਗੇ, ਲੋਕਾਂ ਦੇ ਕੰਮ ਕਰਨੇ ਪੈਣਗੇ, ਜੋ ਵਾਅਦੇ ਲੈ ਕੇ ਆਏ ਤੇ ਉਹ ਵਾਅਦੇ ਪੂਰੇ ਕਰਨੇ ਪੈਣਗੇ। जी, लोक सभा इलैक्शन संबंधी सेके साहब आखिरी क्वेश्चन के नाल मैं कंक्लूड करूँगा। मेरा आखिरी क्वेश्चन है कि इन्हां दी लीडरशिप का, आम आदमी पार्टी की लीडरशिप का एक कहाना सीगा कि असीं पंजाब दे विच कितों भी हार सकते हैं, संगरूर तो नहीं हार सकते, संगरूर साडी राजधानी है। इहदे ते तुहाडी टिप्पणी तो बाद आपां कंक्लूड करांगे सर। ਜਦੋਂ ਰਿਮੋਟ ਕੰਟਰੋਲ ਸਰਕਾਰ ਹੋਵੇ ਜਿਹੜੀ ਦਿੱਲੀ ਤੋਂ ਆਪਰੇਟ ਹੋ ਰਹੀ ਆ, ਫਿਰ ਉਹਨਾਂ ਨੂੰ ਆਪਣੀ ਰਾਜਧਾਨੀ ਪਹਿਲਾਂ ਹੀ ਬਦਲ ਲੈਣੀ ਚਾਹੀਦੀ ਸੀ, ਦਿੱਲੀ ਕਰ ਲੈਣੀ ਚਾਹੀਦੀ ਸੀ। ਔਰ ਲੋਕਾਂ ਨੇ ਦੇਖ ਲਿਆ, ਉਹਨਾਂ ਨੇ ਬਦਲਤੀ, ਉਹਨਾਂ ਨੇ ਹੁਣ ਸੰਗਰੂਰ ਤੋਂ ਰਾਜਧਾਨੀ ਬਦਲ ਕੇ ਦਿੱਲੀ ਕਰਤੀ। ਜਦੋਂ ਪੰਜਾਬ ਦਾ ਸੀਐਮ ਟਾਕੀ 'ਚ ਬੈਠੂਗਾ ਤੇ ਦਿੱਲੀ ਦਾ ਸੀਐਮ ਸਨਰੂਫ 'ਤੇ ਬੈਠੂਗਾ ਤੇ ਫਿਰ ਪੰਜਾਬ ਦੇ ਲੋਕ ਵੀ ਸਮਝ ਗਿਆ ਕਿ ਭਾਈ ਰਾਜਧਾਨੀ ਚੇਂਜ ਕਰਨ ਦਾ ਟਾਈਮ ਆ ਗਿਆ। ਰਾਜਧਾਨੀ ਪੰਜਾਬ ਦੇ ਲੋਕਾਂ ਨੇ ਬਦਲਤੀ। ਔਰ ਜਿਹੜੀ ਦੂਜੀ ਗੱਲ ਇੱਕ ਮੈਂ ਹੋਰ ਕਹਿਣੀ ਚਾਹੁੰਦਾ, ਇਹ ਤੁਸੀਂ ਇਹ ਨਾ ਦੇਖੋ ਕਿ ਸੰਗਰੂਰ ਦੀ ਜਿਮਨੀ ਚੋਣ ਹਾਰ ਗਏ, ਵੀ ਸੰਗਰੂਰ ਦੀ ਜਿਮਨੀ ਚੋਣ ਹਾਰਨ ਇੱਕ ਸੀਟ 'ਤੇ ਇਹਨਾਂ ਨੂੰ ਫਰਕ ਪਿਆ। ਇਹ ਸੰਗਰੂਰ ਦੀ ਇੱਕ ਜਿਮਨੀ ਚੋਣ ਹਾਰੀ ਇਹਨਾਂ ਨੂੰ 3 ਸਟੇਟਾਂ 'ਚ ਲੈ ਡੁੱਬੂਗੀ। ਇਹ ਮੈਂ ਦਾਅਵੇ ਨਾਲ ਕਹਿਣਾ, ਔਰ ਆਉਣ ਵਾਲਾ ਸਮਾਂ ਇਹ ਤੁਹਾਡੇ ਸਾਹਮਣੇ ਪ੍ਰਤੱਖ ਰੂਪ 'ਚ ਦੱਸੇਗਾ ਕਿ ਇਹ ਸੰਗਰੂਰ ਦੀ ਜਿਮਨੀ ਚੋਣ ਹਾਰਨ ਦਾ ਆਮ ਆਦਮੀ ਪਾਰਟੀ ਨੂੰ 3 ਸਟੇਟਾਂ 'ਚ ਕਿੰਨਾ ਨੁਕਸਾਨ ਹੋਇਆ। ਜੀ शुक्रिया जी, धन्यवाद थोड़ा दोनों स्पीकर सा, और बहुत बहुत शुक्रिया आरिफ साहब, तुसीं समा दिता, और सेके साहब थोड़ा भी बहुत ज़्यादा शुक्रगुजार हाँ। थैंक यू वेरी मच। और आपां गल कर रहे सी सरदार सिमरनजीत सिंह सेके और नाल मुहम्मद आरिफ साहब, दो बड़े समर्थक जो सिमरनजीत सिंह मान दे हलका अमरगढ़ के हलका मलेरकोटले दे विचों असीं देखिआ पुराने समय दे विच जदों विधान सभा इलैक्शन होया उदों भी सेके साहब खुल के सामने आए, और इन्हां दे भावुक संदेशां ने कन्वर्ट किया बहुत वड्डा वोट बैंक जो है सिमरनजीत सिंह मान के हक दे विच भुगतण वास्ते उन्होंने कंपैल किया, उन्होंने ਆਪਾਂ ਗੱਲ ਕਰ ਦਈਏ ਕਿ ਉਹਨਾਂ ਨੂੰ ਕਨਵਿੰਸ ਕੀਤਾ। ਔਰ ਅੱਜ ਦੀ ਡੇਟ ਦੇ ਵਿੱਚ ਜਦੋਂ ਲੋਕ ਸਭਾ ਇਲੈਕਸ਼ਨ ਦਾ ਰਿਜ਼ਲਟ ਆ ਗਿਆ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਵਾਈਏ ਤੁਹਾਡੀ ਇਹਨਾਂ ਦੋ ਪਰਸਨੈਲਿਟੀਜ਼ ਦੇ ਨਾਲ, ਔਰ ਇਨ ਫਿਊਚਰ ਵੀ ਗੱਲਬਾਤ ਕਰਦੇ ਰਹਾਂਗੇ। ਇਹਨਾਂ ਸ਼ਬਦਾਂ ਦੇ ਨਾਲ ਵਿਦਾ ਲਵਾਂਗਾ, ਅਗਲੀ ਵੀਡੀਓ ਦੇ ਵਿੱਚ ਫੇਰ ਮਿਲਦੇ ਹਾਂ।